ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਨੀਵਰਸਿਟੀ ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੈਨੇਡਾ 'ਚ ਐਕਸਪ੍ਰੈਸ ਐਂਟਰੀ ਤੋਂ 1,38,000 ਅਰਜ਼ੀਆਂ ਵਿਚਾਰ ਅਧੀਨ। ਅਮਰੀਕਾ ਵਿੱਚ ਓਮਿਕਰੌਨ ਦਾ ਕਹਿਰ। ਦੇਸ਼ ਦੇ 22 ਸੂਬਿਆਂ ਵਿੱਚ ਫੈਲਿਆ ਵਿਸ਼ਵ ਪੱਧਰੀ ਚੇਤਾਵਨੀ। ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ। 100 ਤੋਂ ਜ਼ਿਆਦਾ ਲੋਕਾਂ ਦੀ ਮੌਤ। ਓਮਿਕਰੌਨ ਤੋਂ ਪ੍ਰਭਾਵਿਤ ਮਰੀਜ਼ਾਂ ਵਿੱਚ ਹਲਕੇ ਲੱਛਣ ਪਾਏ ਗਏ। CDC। ਨਿਊਯਾਰਕ ਵਿੱਚ ਅੰਦਰ ਹੁੰਦੇ ਸਮਾਗਮਾਂ ਵਿੱਚ ਮਾਸਕ ਪਹਿਨਣਾ ਕੀਤਾ ਗਿਆ ਜ਼ਰੂਰੀ। US ਜਲ ਸੈਨਾ ਕਮਾਂਡਰ ਨੂੰ ਟੀਕਾ ਲਗਵਾਉਣ ਤੋਂ ਇਨਕਾਰ ਕਰਨ ਤੇ ਕੀਤਾ ਗਿਆ ਬਰਖਾਸਤ। ਜੈਫ ਬੇਜ਼ੋਸ ਦੀਆਂ ਵਧੀਆਂ ਮੁਸ਼ਕਿਲਾਂ। ਅਮਰੀਕਾ 'ਚ ਲੱਗਾ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਬੀਤੇ ਮਹੀਨਿਆਂ ਦੌਰਾਨ ਐਕਸਪ੍ਰੈਸ ਐਂਟਰੀ ਵਿੱਚੋਂ ਕੱਢੇ ਗਏ ਡਰਾ ਤੋਂ ਬਾਅਦ ਇਸ ਸਮੇਂ ਪੱਕੀ ਇਮੀਗ੍ਰੇਸ਼ਨ ਦੀਆਂ ਲਗਭਗ 1,38,000 ਅਰਜ਼ੀਆਂ ਵਿਚਾਰ ਅਧੀਨ ਨੇ। ਉਹਨਾਂ ਅਰਜ਼ੀਆਂ ਵਿੱਚ 48,000 ਤੋਂ ਵੱਧ ਉਹਨਾਂ ਕਾਮਿਆਂ ਅਤੇ ਸਾਬਕਾ ਵਿਦਿਆਰਥੀਆਂ ਦੀਆਂ ਅਰਜ਼ੀਆਂ ਵੀ ਨੇ ਜਿਨ੍ਹਾਂ ਨੇ 2021 ਚ 6 ਮਈ ਤੋਂ 5 ਨਵੰਬਰ ਤੱਕ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਦੇ ਵਿਸ਼ੇਸ਼ ਮੌਕੇ ਦਾ ਲਾਭ ਉਠਾਇਆ ਤੇ ਸਮੇਂ ਸਿਰ ਸ਼ਰਤਾਂ ਪੂਰੀਆਂ ਕਰਕੇ ਅਰਜ਼ੀਆਂ ਕਰ ਦਿੱਤੀਆਂ। ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਤਹਿਤ ਇਸ ਸਮੇਂ 38,000 ਦੇ ਕਰੀਬ ਅਜਿਹੀਆਂ ਅਰਜ਼ੀਆਂ ਵਿਚਾਰ ਅਧੀਨ ਨੇ ਜਿਨ੍ਹਾਂ ਦਾ ਫੈਸਲਾ 2022 ਦੇ ਪਹਿਲੇ ਕੁਝ ਮਹੀਨਿਆਂ ਦੌਰਾਨ ਹੋ ਜਾਣ ਦੀ ਸੰਭਾਵਨਾ ਹੈ। ਬੀਤੇ ਸਤੰਬਰ ਅਤੇ ਅਕਤੂਬਰ ਮਹੀਨਿਆਂ ਦੌਰਾਨ ਹਰੇਕ ਮਹੀਨੇ ਲਗਭਗ 1700 PNP ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਰਿਹਾ ਹੈ ਅਤੇ ਹਰੇਕ ਮਹੀਨੇ 14,300 ਦੇ ਕਰੀਬ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਰਜ਼ੀਆਂ ਦਾ ਫੈਸਲਾ ਹੁੰਦਾ ਰਿਹਾ ਹੈ। 2021 ਦੌਰਾਨ ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਮੌਜੂਦ ਵਿਦੇਸ਼ੀਆਂ ਨੂੰ ਪੱਕੇ ਕਰਨ ਨੂੰ ਪਹਿਲ ਦਿੱਤੀ ਹੈ ਕਿਉਂਕਿ ਜਿਸ ਵਿੱਚ ਸਭ ਤੋਂ ਵੱਧ ਚਰਚਾ ਫਰਵਰੀ 2021 ਦੇ ਜੰਬੋ ਡਰਾ ਦੀ ਹੋਈ ਜਿਸ ਨਾਲ 27,332 ਕਾਮਿਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਆਸਾਨ ਸ਼ਰਤਾਂ ਪੂਰੀਆਂ ਕਰਕੇ ਪੱਕੀ ਹੋਣ ਦਾ ਮੌਕਾ ਮਿਲਿਆ। ਬੀਤੀ 10 ਦਸੰਬਰ ਨੂੰ ਐਕਸਪ੍ਰੈਸ ਐਂਟਰੀ ਦਾ PNP ਚੋਂ ਇੱਕ ਡਰਾ ਕੱਢਿਆ ਗਿਆ ਜਿਸ ਵਿੱਚ 1,032 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲ ਗਿਆ ਹੈ। ਇਹ ਵੀ ਕਿ ਹਾਲ ਦੀ ਘੜੀ ਕੈਨੇਡਾ ਵਿੱਚ ਸਿਹਤ ਸੇਵਾਵਾਂ, ਖੇਤੀਬਾੜੀ ਲਈ ਕਾਮਿਆਂ ਅਤੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਪਹਿਲ ਦੇ ਆਧਾਰ ਤੇ ਨਿਪਟਾਈਆਂ ਜਾ ਰਹੀਆਂ ਨੇ। ਕੋਰੋਨਾ ਦਾ ਨਵਾਂ ਵੈਰੀਐਂਟ ਓਮਿਕਰੌਨ ਅਮਰੀਕਾ ਦੇ 22 ਸੂਬਿਆਂ ਵਿੱਚ ਫੈਲ ਚੁੱਕਾ ਹੈ। ਅਮਰੀਕਾ 'ਚ ਹੁਣ ਤੱਕ ਓਮਿਕਰੌਨ ਦੇ 43 ਕੇਸ ਸਾਹਮਣੇ ਆਏ ਨੇ ਜਿਨ੍ਹਾਂ 'ਚੋਂ 33 ਸੰਕਰਮਿਤ ਅਜਿਹੇ ਨੇ ਜੋ ਪਿਛਲੇ 2 ਹਫ਼ਤਿਆਂ ਦੌਰਾਨ ਵਿਦੇਸ਼ ਗਏ ਸਨ। ਇਹ ਵੀ ਪਤਾ ਲੱਗਾ ਹੈ ਕਿ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਓਮਿਕਰੌਨ ਵੈਰੀਐਂਟ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਅਮਰੀਕਾ 'ਚ ਇਹ ਵੈਰੀਐਂਟ ਮੌਜੂਦ ਸੀ। CNBC ਦੀ ਇੱਕ ਰਿਪੋਰਟ ਅਨੁਸਾਰ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ ਨੇ ਕਿਹਾ ਹੈ ਕਿ ਅਮਰੀਕਾ 'ਚ ਓਮਿਕਰੌਨ ਵੈਰੀਐਂਟ ਦੇ ਪਹਿਲੇ ਕੇਸ ਦਾ ਪਤਾ 15 ਨਵੰਬਰ ਨੂੰ ਹੀ ਪਾਇਆ ਗਿਆ ਸੀ ਜਦੋਂ ਵਿਦੇਸ਼ ਯਾਤਰਾ ਕਰਨ ਵਾਲੇ ਵਿਅਕਤੀਆਂ 'ਚ ਲੱਛਣ ਪਾਏ ਗਏ ਸਨ। ਅਧਿਕਾਰਤ ਤੌਰ ਤੇ ਅਮਰੀਕਾ 'ਚ ਓਮਿਕਰੌਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ 29 ਨਵੰਬਰ ਨੂੰ ਹੋਈ ਸੀ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਨਾਲ ਦੇ ਪਾਣੀ ਦੀ ਜਾਂਚ ਵੀ ਕੀਤੀ ਗਈ ਜਿਸ ਵਿੱਚ 25 ਨਵੰਬਰ ਨੂੰ ਕੋਰੋਨਾ ਵੈਰੀਐਂਟ ਪਾਇਆ ਗਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਮਤਲਬ 24 ਨਵੰਬਰ ਨੂੰ ਦੱਖਣੀ ਅਫਰੀਕਾ 'ਚ ਓਮਿਕਰੌਨ ਵੈਰੀਐਂਟ ਪਾਏ ਜਾਣ ਦੀ ਪੁਸ਼ਟੀ ਹੋਈ ਸੀ ਤੇ 26 ਨਵੰਬਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਓਮਿਕਰੌਨ ਨਾਂ ਦਿੱਤਾ ਸੀ। ਦੱਖਣੀ ਅਫਰੀਕਾ ਨੇ ਓਮਿਕਰੌਨ ਨਾਲ ਸੰਕਰਮਿਤ ਸਿਹਤ ਮੁਲਾਜ਼ਮਾਂ ਲਈ 10 ਦਿਨ ਦੇ ਕੁਆਰੰਟਾਈਨ ਮਿਆਦ ਨੂੰ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦੱਖਣੀ ਅਫਰੀਕਾ 'ਚ ਓਮਿਕਰੌਨ ਵੈਰੀਐਂਟ ਨਾਲ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਅਨਬੇਨ ਪਿਲੇ ਦਾ ਕਹਿਣਾ ਹੈ ਕਿ ਕਿਸੇ 'ਚ ਵੀ ਗੰਭੀਰ ਲਾਗ ਨਜ਼ਰ ਨਹੀਂ ਆਇਆ। UK ਜਾਣ ਵਾਲੇ 2 ਯਾਤਰੀਆਂ ਅਤੇ ਚਾਂਗੀ ਹਵਾਈ ਅੱਡੇ ਦੇ ਇੱਕ ਮੁਲਾਜ਼ਮ ਦੀ ਸਿੰਗਾਪੁਰ 'ਚ ਸ਼ੱਕੀ ਓਮਿਕਰੌਨ ਕੇਸ ਵਜੋਂ ਪਛਾਣ ਕੀਤੀ ਗਈ ਹੈ। ਗਾਮਲਿਆ ਨੈਸ਼ਨਲ ਰਿਸਰਚ ਸੈਂਟਰ ਨੇ ਕਿਹਾ ਕਿ ਦੱਖਣੀ ਅਫਰੀਕਾ ਤੋਂ ਰੂਸ ਪਰਤਣ ਵਾਲੇ ਓਮਿਕਰੌਨ ਸੰਕਰਮਿਤਾਂ ਨੂੰ ਪਹਿਲਾਂ ਹੀ ਟੀਕਾ ਲਗਾਇਆ ਗਿਆ ਸੀ। ਸਾਰਿਆਂ 'ਚ ਹਲਕੇ ਲੱਛਣ ਹਨ। ਓਮਿਕਰੌਨ ਦਾ ਪਹਿਲਾ ਕੇਸ ਤਾਇਵਾਨ 'ਚ ਪਾਇਆ ਗਿਆ ਹੈ। ਇਹ ਮਰੀਜ਼ ਉਹ ਔਰਤ ਹੈ ਜੋ 8 ਦਸੰਬਰ ਨੂੰ ਅਫਰੀਕੀ ਦੇਸ਼ ਇਸਵਾਤੀਨੀ ਤੋਂ ਵਾਪਸ ਆਈ ਸੀ। ਫਰਾਂਸ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰੋਜ਼ਾਨਾ ਔਸਤਨ 44,000 ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਨੇ ਜੋ ਕਿ ਪਿਛਲੇ ਹਫ਼ਤੇ ਨਾਲੋਂ 36% ਵੱਧ ਹੈ। ਬ੍ਰਿਟੇਨ ਵਿੱਚ ਕੋਰੋਨਾ ਲਾਗ ਦੇ 54,073 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 132 ਲੋਕਾਂ ਦੀ ਜਾਨ ਜਾ ਚੁੱਕੀ ਹੈ। ਓਮਿਕਰੌਨ ਵੀ 633 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ UK 'ਚ ਓਮਿਕਰੌਨ ਦੇ ਕੁੱਲ ਮਾਮਲਿਆਂ ਦੀ ਗਿਣਤੀ 1,999 ਹੋ ਗਈ ਹੈ। ਦੇਰ ਰਾਤ ਤੂਫਾਨ ਤੇ ਖਰਾਬ ਮੌਸਮ ਨੇ ਅਮਰੀਕਾ ਦੇ ਕਈ ਰਾਜਾਂ ਵਿੱਚ ਭਾਰੀ ਤਬਾਹੀ ਮਚਾਈ। ਕੈਂਟਕੀ ਵਿੱਚ ਇੱਕ ਮੋਮਬੱਤੀ ਫੈਕਟਰੀ, ਇਲੀਨੋਇਸ ਵਿੱਚ ਇੱਕ ਐਮਾਜ਼ਨ ਇਮਾਰਤ ਅਤੇ ਅਰਕਾਸ ਵਿੱਚ ਇੱਕ ਨਰਸਿੰਗ ਹੋਮ ਨੂੰ ਨੁਕਸਾਨ ਪਹੁੰਚਿਆ। ਕਈ ਇਮਾਰਤਾਂ ਬੁਰੀ ਤਰ੍ਹਾਂ ਢਹਿ ਗਈਆਂ। ਇਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਰਾਹਤ ਅਤੇ ਬਚਾਅ ਕਾਰਜਾਂ ਲਈ ਵੱਡੀ ਗਿਣਤੀ ਵਿੱਚ
ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਇਸ ਨੂੰ ਰਾਜ ਆਫਤ ਦਾ ਐਲਾਨ ਕਰ ਦਿੱਤਾ। ਇਸ ਤਰਾਸਦੀ ਨੂੰ ਦੁਖਦਾਈ ਦੱਸਦਿਆਂ ਬੇਸ਼ੀਅਰ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮੇਫੀਲਡ ਦੇ ਇੱਕ ਫੈਕਟਰੀ ਵਿੱਚ ਕਈ ਲੋਕ ਮਾਰੇ ਗਏ ਨੇ। ਜਦੋਂ ਤੂਫਾਨ ਆਇਆ ਤਾਂ ਫੈਕਟਰੀ ਵਿੱਚ ਲਗਭਗ 110 ਲੋਕ ਮੌਜੂਦ ਸਨ। ਉਸਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, ਸਾਨੂੰ ਸ਼ੱਕ ਹੈ ਕਿ ਇਸ ਭਿਆਨਕ ਤਰਾਸਦੀ ਵਿੱਚ ਕੈਂਟਕੀ ਦੇ 50 ਲੋਕਾਂ ਦੀ ਜਾਨ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਪੁੱਜੀ ਹੈ। ਇਹ ਬਹੁਤ ਔਖਾ ਸਮਾਂ ਹੈ। ਅਸੀਂ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕਰ ਰਹੇ ਹਾਂ। ਐਮਾਜ਼ੋਨ ਦੀ ਇਮਾਰਤ ਦੀ ਛੱਤ ਡਿੱਗਣ ਨਾਲ ਘੱਟੋ-ਘੱਟ ਇੱਕ ਵਿਅਕਤੀ ਦੀ ਵੀ ਮੌਤ ਹੋਈ ਹੈ। ਅਰਕਾਨਸਾਸ ਵਿੱਚ ਮੌਨੇਟ ਮਨੋਰ ਨਰਸਿੰਗ ਹੋਮ ਦੀ ਇਮਾਰਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਟਰੂਮੈਨ ਵਿੱਚ ਇੱਕ ਨਰਸਿੰਗ ਹੋਮ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਐਮਾਜ਼ੋਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਰਮਚਾਰੀਆਂ ਦੇ ਹਿੱਤ ਕੰਪਨੀ ਦੀ ਸਭ ਤੋਂ ਵੱਡੀ ਤਰਜੀਹ ਹਨ। ਕੰਪਨੀ ਮਾਮਲੇ ਦੀ ਨਿਗਰਾਨੀ ਕਰ ਰਹੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕੋਰੋਨਾ ਦੇ ਨਵੇਂ ਰੂਪ ਓਮਿਕਰੌਨ ਦੇ ਹੁਣ ਤੱਕ ਆਏ ਮਾਮਲਿਆਂ ਬਾਰੇ ਦੱਸਦਿਆਂ ਕਿਹਾ ਕਿ ਜ਼ਿਆਦਾਤਰ ਮਾਮਲੇ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਵਿੱਚ ਪਾਏ ਗਏ ਨੇ ਤੇ ਇਹਨਾਂ ਲੋਕਾਂ ਵਿੱਚ ਹਲਕੇ ਲੱਛਣ ਵੇਖਣ ਨੂੰ ਮਿਲੇ ਹਨ। CDC ਦੇ ਡਾਇਰੈਕਟਰ ਡਾਕਟਰ ਰੋਚੇਲ ਵਾਲੈਂਸਕੀ ਨੇ ਵਾਈਟ ਹਾਊਸ ਵਿਖੇ ਦੁਪਹਿਰ ਬਾਅਦ ਓਮਿਕਰੌਨ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਇਰਸ ਤੋਂ ਤਕਰੀਬਨ 80% ਉਹ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਮੁਕੰਮਲ ਵੈਕਸੀਨ ਲਗਵਾਈ ਹੋਈ ਹੈ। ਇਹਨਾਂ ਲੋਕਾਂ ਵਿੱਚ ਓਮਿਕਰੌਨ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ, ਇਸ ਲਈ ਇਹਨਾਂ ਵਿੱਚ ਮਾਮੂਲੀ ਲੱਛਣ ਹੀ ਵੇਖਣ ਨੂੰ ਮਿਲੇ ਹਨ। ਉਹਨਾਂ ਨੇ ਕਿਹਾ ਕਿ ਓਮਿਕਰੌਨ ਤੋਂ ਪ੍ਰਭਾਵਿਤ ਕੇਵਲ ਇੱਕ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਓਮਿਕਰੌਨ ਤੋਂ ਪ੍ਰਭਾਵਿਤ ਲੋਕਾਂ ਵਿੱਚ 18 ਤੋਂ 39 ਸਾਲ ਦੇ ਲੋਕ ਸ਼ਾਮਲ ਨੇ। ਇਹਨਾਂ ਵਿੱਚ 1/3 ਲੋਕ ਦੂਸਰੇ ਦੇਸ਼ਾਂ ਵਿੱਚ ਮੁੜੇ ਹਨ। ਇਹਨਾਂ ਨੇ ਕਿਹਾ ਕਿ ਹੁਣ ਤੱਕ ਅਮਰੀਕਾ ਦੇ 25 ਰਾਜਾਂ ਵਿੱਚ ਓਮਿਕਰੌਨ ਦੇ ਮਾਮਲੇ ਮਿਲੇ ਨੇ। CDC ਵੱਲੋਂ ਓਮਿਕਰੌਨ ਤੋਂ ਬਚਾਅ ਲਈ ਵੈਕਸੀਨ ਦੀ ਤੀਸਰੀ ਬੂਸਟਰ ਖੁਰਾਕ ਲੈਣ ਲਈ ਕਿਹਾ ਗਿਆ ਹੈ। ਵਾਲੈਂਸਕੀ ਨੇ ਕਿਹਾ ਕਿ ਓਮਿਕਰੌਨ ਦੇ 14 ਮਾਮਲੇ ਬੂਸਟਰ ਵੈਕਸੀਨ ਲਗਵਾ ਚੁੱਕੇ ਲੋਕਾਂ ਵਿੱਚ ਵੀ ਮਿਲੇ ਨੇ, ਪਰ ਇਹਨਾਂ ਨੇ ਹਾਲ ਹੀ ਵਿੱਚ ਬੂਸਟਰ ਵੈਕਸੀਨ ਲਵਾਈ ਹੈ, ਇਸ ਲਈ ਹੋ ਸਕਦਾ ਹੈ ਕਿ ਇਸਨੇ ਅਜੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਨਾ ਕੀਤਾ ਹੋਵੇ। ਉਹਨਾਂ ਨੇ ਕਿਹਾ ਕਿ ਹਾਲਾਂਕਿ ਸਾਡੇ ਕੋਲ ਓਮਿਕਰੌਨ ਬਾਰੇ ਹਰ ਸਵਾਲ ਦਾ ਜਵਾਬ ਨਹੀਂ ਹੈ, ਪਰ ਆਰੰਭਕ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕੋਵਿਡ-19 ਬੂਸਟਰ ਖੁਰਾਕ ਇਸ ਵਾਇਰਸ ਵਿਰੁੱਧ ਵਧੇਰੇ ਕਾਰਗਰ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਵੇਲੇ ਅਮਰੀਕਾ 'ਚ ਤਕਰੀਬਨ 99% ਮਾਮਲੇ ਡੈਲਟਾ ਵਾਇਰਸ ਦੇ ਹਨ। ਵੱਧ ਰਹੇ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਨਿਊਯਾਰਕ ਦੀ ਗਵਰਨਰ ਕੈਥੀ ਹੌਚੁਲ ਨੇ ਰਾਜ ਵਿੱਚ ਆਰਜ਼ੀ ਤੌਰ ਤੇ ਇੰਡੋਰ ਸਮਾਗਮਾਂ ਵਿੱਚ ਮਾਸਕ ਪਹਿਨਣਾ ਜ਼ਰੂਰੀ ਕਰਨ ਦਾ ਐਲਾਨ ਕੀਤਾ ਹੈ। ਹੌਚੁਲ ਨੇ ਕਿਹਾ ਕਿ ਇਹ ਨਿਯਮ 13 ਦਸੰਬਰ ਤੋਂ ਲਾਗੂ ਹੋ ਜਾਏਗਾ ਤੇ 15 ਜਨਵਰੀ 2022 ਤੱਕ ਲਾਗੂ ਰਹੇਗਾ। ਉਹਨਾਂ ਨੇ ਕਿਹਾ ਕਿ ਇਹ ਕਦਮ ਵੱਧ ਰਹੇ ਕੋਰੋਨਾ ਮਾਮਲਿਆਂ, ਹਸਪਤਾਲਾਂ ਦੀ ਘਟੀ ਸਮਰੱਥਾ ਤੇ ਕੁਝ ਖੇਤਰਾਂ ਵਿੱਚ ਨਾ ਤਸੱਲੀ ਬਖਸ਼ ਵੈਕਸੀਨੇਸ਼ਨ ਦਰ ਕਾਰਨ ਪੁੱਟਿਆ ਗਿਆ ਹੈ। US ਜਲ ਸੈਨਾ ਕਮਾਂਡਰ ਨੂੰ ਕੋਵਿਡ-19 ਰੋਕੂ ਟੀਕਾ ਲਗਵਾਉਣ ਅਤੇ ਜਾਂਚ ਕਰਵਾਉਣ ਤੋਂ ਇਨਕਾਰ ਕਰਨ ਤੇ ਜੰਗੀ ਜਹਾਜ਼ ਦੇ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਜਲ ਸੈਨਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਲ ਸੈਨਾ ਦੇ ਕੈਪਟਨ ਅਤੇ ਨੇਵਲ ਸਰਫੇਸ ਸਕੁਐਡਰਨ 14 ਦੇ ਕਮਾਂਡਰ ਕੇਨ ਐਂਡਰਸਨ ਨੇ ਕਮਾਂਡਰ ਲੂਸੀਆਨ ਕਿੰਸ ਨੂੰ ਵਿਨਾਸ਼ਕਾਰੀ ਜੰਗੀ ਜਹਾਜ਼ USS ਵਿੰਸਟਨ ਚਰਚਿਲ ਤੇ ਉਨ੍ਹਾਂ ਦੇ ਕਰਤਾਵਾਂ ਤੋਂ ਮੁਕਤ ਕਰ ਦਿੱਤਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿੰਸ ਪਹਿਲੇ ਜਲ ਸੈਨਾ ਅਧਿਕਾਰੀ ਹਨ ਜਿਨ੍ਹਾਂ ਨੂੰ ਟੀਕਾਕਰਨ ਤੋਂ ਇਨਕਾਰ ਕਰਨ ਤੇ ਬਰਖਾਸਤ ਕੀਤਾ ਗਿਆ ਹੈ। ਜਲ ਸੈਨਾ ਦੇ ਬੁਲਾਰੇ ਲੈਫਟੀਨੈਂਟ ਕਮਾਂਡਰ ਜੇਸਨ ਫਿਸ਼ਰ ਨੇ ਗੋਪਨੀਯਤਾ ਦੀ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕਿੰਸ ਨੂੰ ਕਮਾਂਡ ਤੋਂ ਮੁਕਤ ਕਰਨ ਦਾ ਸਹੀ ਕਾਰਨ ਦੱਸਣ ਤੋਂ ਇਨਕਾਰ ਕਰ ਦਿੱਤਾ। ਫਿਸ਼ਰ ਨੇਵਲ ਸਰਫੇਸ ਫੋਰਸ ਐਟਲਾਂਟਿਕ ਦੇ ਬੁਲਾਰੇ ਹਨ। ਉਹਨਾਂ ਨੇ ਕਿਹਾ ਕਿ ਬਰਖਾਸਤਗੀ ਦਾ ਕਾਰਨ ਇਹੀ ਸੀ ਕਿ ਕਿੰਸ ਦੇ ਕਾਨੂੰਨੀ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਆਪਣੀ ਡਿਊਟੀ ਨਿਭਾਉਣ ਵਿੱਚ ਅਸਮਰਥਾ ਜ਼ਾਹਿਰ ਕੀਤੀ। ਹਾਲਾਂਕਿ ਹੋਰ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕਿੰਸ ਨੇ ਟੀਕਾ ਲਗਵਾਉਣ ਅਤੇ ਲਾਗ ਲਈ ਜਾਂਚ ਕਰਵਾਉਣ ਦੇ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਕਿੰਸ ਨੇ ਧਾਰਮਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਛੋਟ ਦੀ ਮੰਗ ਕੀਤੀ ਹੈ, ਜਿਸ ਨੂੰ ਇਨਕਾਰ ਕਰ ਦਿੱਤਾ ਗਿਆ। ਕਿੰਸ ਉਸ ਇਨਕਾਰ ਦੇ ਖਿਲਾਫ ਅਪੀਲ ਕਰ ਰਹੇ ਨੇ। ਪੈਂਟਾਗਨ ਨੇ ਫੌਜ ਦੇ ਸਾਰੇ ਹਿੱਸਿਆਂ ਵਿੱਚ ਕਰਮਚਾਰੀਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਹੈ। ਜੈਫ ਬੇਜੋਸ ਦੀ ਕੰਪਨੀ ਐਮਾਜ਼ੋਨ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ। ਪਹਿਲਾਂ ਯੂਰਪ ਵਿੱਚ ਕੰਪਨੀ ਤੇ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ 6.87 ਕਰੋੜ ਯੂਰੋ ਦਾ ਜੁਰਮਾਨਾ ਲੱਗਾ। ਹੁਣ ਇੱਕ ਪਾਸੇ ਇਟਲੀ ਦੀ ਐਂਟੀ ਟਰਸਟ ਅਥਾਰਟੀ ਨੇ 1.28 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਹੈ। ਉੱਥੇ ਹੀ ਦੂਜੇ ਪਾਸੇ ਆਪਣੇ ਹੀ ਦੇਸ਼ ਯਾਨੀ ਅਮਰੀਕਾ 'ਚ ਐਮਾਜ਼ੋਨ ਤੇ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗੇ ਨੇ।
ਇੱਕ ਰਿਪੋਰਟ ਮੁਤਾਬਕ ਅਮਰੀਕਾ 'ਚ ਫੈਡਰਲ ਟ੍ਰੇਡ ਕਮਿਸ਼ਨ ਦੇ ਸਾਹਮਣੇ ਕੀਤੀ ਗਈ ਇੱਕ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਐਮਾਜ਼ਨ ਸੰਭਾਵੀ ਰੂਪ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਹ ਇਸ ਗੱਲ ਦਾ ਪੱਕੇ ਤੌਰ ਤੇ ਸਪਸ਼ਟ ਸੰਕੇਤ ਨਹੀਂ ਦਿੰਦੀ ਕਿ ਕਿਹੜਾ ਸਰਚ ਰਿਜ਼ਲਟ ਪੇਡ ਐਡਵਰਟਾਈਜ਼ਮੈਂਟ ਹੈ ਅਤੇ ਕਿਹੜਾ ਨਹੀਂ। ਸ਼ਿਕਾਇਤ ਅਮਰੀਕੀ ਮਜ਼ਦੂਰ ਸੰਗਠਨਾਂ ਦੇ ਗੱਠਜੋੜ ਦੀ ਦ ਸਟ੍ਰੈਟੇਜਿਕ ਆਰਗੇਨਾਈਜੇਸ਼ਨ ਸੈਂਟਰ ਵੱਲੋਂ ਦਰਜ ਕੀਤੀ ਗਈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਐਮਾਜ਼ਨ ਦੇ 1/4 ਤੋਂ ਜ਼ਿਆਦਾ ਸਰਚ ਰਿਜ਼ਲਟ ਥਰਡ ਪਾਰਟੀ ਵੱਲੋਂ ਸਪਾਂਸਰ ਨੇ। ਨਾਲ ਹੀ ਐਵਰੇਜ ਯੂਜ਼ਰ ਲਈ ਇਹਨਾਂ ਨੂੰ ਸਪਸ਼ਟ ਕਰਨ ਲਈ ਲੋੜੀਂਦੇ ਰੂਪ ਵਿੱਚ ਲੇਬਲ ਨਹੀਂ ਕੀਤਾ ਗਿਆ। ਐਸਓਸੀ ਦੇ ਖੋਜੀਆਂ ਨੇ 1,30,000 ਤੋਂ ਜ਼ਿਆਦਾ ਸਰਚ ਰਿਜ਼ਲਟਸ ਦਾ ਵਿਸ਼ਲੇਸ਼ਣ ਕੀਤਾ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਐਮਾਜ਼ਨ ਸਰਚ ਰਿਜ਼ਲਟ ਦਾ ਆਨਲਾਈਨ ਇਸ਼ਤਿਹਾਰ ਦੀ ਪਛਾਣ ਕਰਨ ਲਈ ਸਾਰੇ FTC ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ। ਹਾਲਾਂਕਿ ਐਮਾਜ਼ਨ ਦੇ ਬੁਲਾਰੇ ਨੇ ਐਸਓਸੀ ਦੀ ਰਿਪੋਰਟ ਨੂੰ ਗਲਤ ਦੱਸਿਆ। ਬੁਲਾਰੇ ਦਾ ਕਹਿਣਾ ਹੈ ਕਿ ਐਮਾਜ਼ਨ ਸਟੋਰ ਵਿੱਚ ਇਸ਼ਤਿਹਾਰਾਂ ਦਾ ਹਮੇਸ਼ਾ ਇੱਕ ਸਪਸ਼ਟ ਅਤੇ ਪ੍ਰੋਮੀਨੈਂਟ ਸਪੌਂਸਰਡ ਲੇਬਲ ਰਹਿੰਦਾ ਹੈ ਜੋ FTC ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਲਾਗੂ ਕੀਤਾ ਗਿਆ ਹੈ। FTC ਦੇ ਨਿਰਦੇਸ਼ਨ ਹਨ ਕਿ ਡਿਜੀਟਲ ਐਡਵਰਟਾਈਜ਼ਰ ਪੇਡ ਇਸ਼ਤਿਹਾਰਾਂ ਦੀ ਸਪਸ਼ਟ ਅਤੇ ਵਿਸ਼ੇਸ਼ ਲੇਬਲਿੰਗ ਕਰਨ। 2 ਹਫ਼ਤੇ ਪਹਿਲਾਂ ਯੂਰਪ ਦੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ 'ਚ ਐਮਾਜ਼ਨ ਤੇ 6.87 ਕਰੋੜ ਯੂਰੋ ਦਾ ਜੁਰਮਾਨਾ ਲਗਾਇਆ ਗਿਆ। ਇਹ ਜੁਰਮਾਨਾ ਐਂਟੀ ਟਰਸਟ ਅਥਾਰਟੀ ਨੇ ਲਾਇਆ ਸੀ। ਜੁਰਮਾਨਾ ਐਪਲ ਅਤੇ ਬੀਟਸ ਪ੍ਰੋਡਕਟਸ ਦੀ ਸੇਲ ਵਿੱਚ ਐਂਟੀ ਕੰਪੀਟੀਟਿਵ ਕੋਆਪਰੇਸ਼ਨ ਦੀ ਵਜ੍ਹਾ ਨਾਲ ਲਗਾਇਆ ਗਿਆ ਹੈ। ਕੰਪਨੀਆਂ ਵਿਚਾਲੇ ਹੋਏ ਸਮਝੌਤੇ 'ਚ ਐਪਲ ਅਤੇ ਬੀਟਸ ਦੇ ਪ੍ਰੋਡਕਟਸ ਨੂੰ ਸਿਰਫ ਸਿਲੈਕਟਡ ਰੀਸੇਲਰ ਹੀ ਐਮਾਜ਼ਨ ਦੀ ਇਟਾਲੀਅਨ ਸਾਈਟ amazon.in ਤੇ ਵੇਚ ਸਕਦੇ ਹਨ। ਉੱਚ ਮਹਿੰਗਾਈ ਦਰ ਨਾਲ ਜੂਝ ਰਹੇ ਅਮਰੀਕਾ 'ਚ ਖਪਤਕਾਰਾਂ ਲਈ ਕੀਮਤਾਂ ਨਵੰਬਰ 'ਚ 6.8% ਵਧੀਆਂ ਹਨ। US ਲੇਬਰ ਡਿਪਾਰਟਮੈਂਟ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਵਿੱਚ ਕਿਹਾ ਕਿ ਖਪਤਕਾਰਾਂ ਲਈ ਨਵੰਬਰ ਵਿੱਚ ਭੋਜਨ, ਊਰਜਾ, ਰਿਹਾਇਸ਼ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ। ਨਵੰਬਰ 2020 ਦੇ ਮੁਕਾਬਲੇ ਖਪਤਕਾਰਾਂ ਦੀਆਂ ਕੀਮਤਾਂ ਵਿੱਚ 6.8% ਦਾ ਵਾਧਾ ਹੋਇਆ ਹੈ, ਜਦੋਂ ਕਿ ਅਕਤੂਬਰ 2021 ਦੇ ਮੁਕਾਬਲੇ ਇਹ ਵਾਧਾ 0.8% ਹੈ। ਅਮਰੀਕਾ ਦੀ ਸਾਲਾਨਾ ਮਹਿੰਗਾਈ ਦਰ 1982 ਤੋਂ ਬਾਅਦ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਇਸ ਕਾਰਨ ਆਮ ਖਪਤਕਾਰ, ਖਾਸ ਕਰਕੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਰੋਜ਼ਮਰਾ ਦੀਆਂ ਲੋੜਾਂ ਨਾਲ ਸੰਬੰਧਿਤ ਸਮਾਨ ਬਹੁਤ ਮਹਿੰਗਾ ਪੈ ਰਿਹਾ। ਹਾਲਾਂਕਿ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਮਾਲਕ ਕੰਪਨੀਆਂ ਨੇ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧਾ ਕੀਤਾ ਹੈ, ਪਰ ਇਸ ਕਾਰਨ ਉਹਨਾਂ ਨੂੰ ਆਪਣੇ ਉਤਪਾਦਾਂ ਦੀਆਂ ਕੀਮਤਾਂ ਵੀ ਵਧਾਉਣੀਆਂ ਪਈਆਂ ਨੇ, ਜਿਸ ਨਾਲ ਮਹਿੰਗਾਈ ਵਧੀ ਹੈ। ਅਮਰੀਕਾ ਵਿੱਚ ਪਿਛਲੇ ਹਫ਼ਤੇ ਬੇਰੁਜ਼ਗਾਰੀ ਦੇ ਸ਼ੁਰੂਆਤੀ ਦਾਅਵੇ ਘੱਟ ਹੋ ਕੇ 1,84,000 ਰਹਿ ਗਏ ਨੇ, ਜੋ 50 ਤੋਂ ਜ਼ਿਆਦਾ ਸਾਲਾਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ। ਇਹ ਜਾਣਕਾਰੀ ਕਿਰਤ ਵਿਭਾਗ ਨੇ ਦਿੱਤੀ ਹੈ। ਵਿਭਾਗ ਦੇ ਕਿਰਤ ਅੰਕੜਾ ਬਿਊਰੋ ਮੁਤਾਬਕ 4 ਦਸੰਬਰ ਨੂੰ ਬੇਰੁਜ਼ਗਾਰੀ ਲਾਭ ਲਈ ਅਰਜ਼ੀ ਦਾਖਲ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ ਪਿਛਲੇ ਹਫ਼ਤੇ ਦੇ 2,27,000 ਸੋਧ ਪੱਧਰ ਤੋਂ 43,000 ਘੱਟ ਹੋ ਗਈ ਹੈ। ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਸ੍ਰੀਲੰਕਾ ਦੇ 2 ਫੌਜੀ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਆਪਣੇ ਇੱਥੇ ਦਖਲ ਹੋਣ ਤੋਂ ਮਨਾ ਕਰ ਦਿੱਤਾ। ਇਨ੍ਹਾਂ ਫੌਜੀ ਅਧਿਕਾਰੀਆਂ ਵਿੱਚ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਵੱਲੋਂ ਮੁਆਫ ਕੀਤਾ ਗਿਆ ਇੱਕ ਕਤਲ ਅਪਰਾਧੀ ਵੀ ਸ਼ਾਮਲ ਹੈ। ਜਲ ਸੈਨਾ ਅਧਿਕਾਰੀ ਚੰਦਨ ਹੇਤਿਆਚੀ ਅਤੇ ਸ੍ਰੀਲੰਕਾਈ ਫੌਜ ਦੇ ਸਾਬਕਾ ਸਟਾਫ ਸਰਜੈਂਟ ਸੁਨੀਲ ਰਤਨਾਇਕੇ ਉਹਨਾਂ 12 ਦੇਸ਼ਾਂ ਦੇ ਕਈ ਅਧਿਕਾਰੀਆਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਲਈ ਪਾਬੰਦੀਸ਼ੁਦਾ ਕੀਤੀ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 2008 ਤੋਂ 2009 ਤੱਕ ਘੱਟੋ-ਘੱਟ 8 ਤ੍ਰਿੰਕੋਮਾਲੀ 11 ਪੀੜਤਾਂ ਦੀ ਸੁਤੰਤਰਤਾ ਦੇ ਅਧਿਕਾਰ ਦੀ ਉਲੰਘਣਾ 'ਚ ਹੱਤਿਆਰਾਚੀ ਸ਼ਾਮਲ ਸਨ। ਤ੍ਰਿੰਕੋਮਾਲੀ 11 ਮਾਮਲਾ ਤ੍ਰਿੰਕੋਮਾਲੀ ਜ਼ਿਲ੍ਹੇ ਤੋਂ 11 ਤਮਿਲ ਨੌਜਵਾਨਾਂ ਦੇ ਅਗਵਾ ਅਤੇ ਕਤਲ ਨਾਲ ਸੰਬੰਧਿਤ ਹੈ। ਇੱਕ ਖਬਰ ਮੁਤਾਬਕ ਕਥਿਤ ਤੌਰ ਤੇ ਜ਼ਬਰਦਸਤੀ ਵਸੂਲੀ ਲਈ ਉਹਨਾਂ ਨੂੰ ਅਗਵਾ ਕਰਨ ਤੋਂ ਬਾਅਦ ਉਹਨਾਂ ਨੂੰ ਜਲ ਸੈਨਾ ਦੀ ਹਿਰਾਸਤ ਵਿੱਚ ਮਾਰ ਦਿੱਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰਤਾਇਕੇ ਦਸੰਬਰ 2000 ਚ ਘੱਟੋ-ਘੱਟ 8 ਤਮਿਲ ਪੇਂਡੂਆਂ ਦੀ ਗੈਰ ਨਿਆਇਕ ਕਤਲ 'ਚ ਸ਼ਾਮਲ ਸੀ। ਸ੍ਰੀਲੰਕਾ ਦੀ ਅਦਾਲਤ ਨੇ 8 ਤਮਿਲ ਨਾਗਰਿਕਾਂ ਦੇ ਕਤਲ ਦੀ ਰਤਾਇਕੇ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਉਹਨਾਂ ਨੇ 2019 ਚ ਚੋਟੀ ਦੀ ਅਦਾਲਤ 'ਚ ਚੁਣੌਤੀ ਦਿੱਤੀ ਸੀ। ਚੋਟੀ ਦੀ ਅਦਾਲਤ ਨੇ ਰਤਨਾਇਕੇ ਦੀ ਅਪੀਲ ਖਾਰਿਜ ਕਰਦੇ ਹੋਏ ਸਜ਼ਾ ਬਰਕਰਾਰ ਰੱਖੀ। ਹਾਲਾਂਕਿ ਰਾਸ਼ਟਰਪਤੀ ਰਾਜਪਕਸ਼ੇ ਨੇ ਪਿਛਲੇ ਸਾਲ ਰਤਨਾਇਕੇ ਨੂੰ ਮੁਆਫੀ ਦੇ ਦਿੱਤੀ ਸੀ ਅਤੇ ਜੇਲ੍ਹ ਤੋਂ ਉਸ ਦੀ ਰਿਹਾਈ ਦਾ ਹੁਕਮ ਦਿੱਤਾ ਸੀ। ਬ੍ਰਿਟੇਨ ਦੀ ਪੁਲਿਸ ਨੇ ਕਿਹਾ ਹੈ ਕਿ ਲੰਡਨ 'ਚ ਕੈਂਸਿੰਗਟਨ ਪੈਲੇਸ ਨੇੜੇ ਸ਼ਨੀਵਾਰ ਨੂੰ ਹਥਿਆਰਬੰਦ ਅਧਿਕਾਰੀਆਂ ਨਾਲ ਝੜਪ ਦੌਰਾਨ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਮੈਟਰੋਪੋਲੀਟਨ ਪੁਲਿਸ ਬਲ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਹਥਿਆਰਾਂ ਨਾਲ ਪੱਛਮੀ ਲੰਡਨ ਦੇ ਕੈਂਸਿੰਗਟਨ ਇਲਾਕੇ 'ਚ ਇੱਕ ਬੈਂਕ 'ਚ ਦਾਖਲ ਹੋਇਆ। ਉਹ ਇੱਕ ਵਾਹਨ 'ਚੋਂ ਫਰਾਰ ਹੋ ਗਿਆ, ਜਿਸ ਨੂੰ ਬਾਅਦ ਵਿੱਚ ਅਧਿਕਾਰੀਆਂ ਨੇ ਰੋਕ ਲਿਆ। ਜਿਸ ਇਲਾਕੇ 'ਚ ਉਸ ਨੂੰ ਰੋਕਿਆ ਗਿਆ, ਉੱਥੇ ਕਈ ਦੂਤਵਾਸ ਅਤੇ ਪ੍ਰਿੰਸ ਵਿਲੀਅਮ ਦੀ ਅਧਿਕਾਰਤ ਰਿਹਾਇਸ਼ ਹੈ। ਇਹ ਸ਼ਾਹੀ ਪਰਿਵਾਰ ਦੇ ਕਈ ਹੋਰ ਮੈਂਬਰਾਂ ਦਾ ਵੀ ਘਰ ਹੈ। ਪੁਲਿਸ ਵੱਲ ਨੇ ਕਿਹਾ ਕਿ ਗੋਲੀਆਂ ਚਲਾਈਆਂ ਗਈਆਂ ਤੇ ਇੱਕ ਵਿਅਕਤੀ ਨੂੰ ਗੋਲੀ ਲੱਗੀ। ਉਸ ਨੂੰ ਘਟਨਾ ਵਾਲੀ ਥਾਂ ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅੱਤਵਾਦੀ ਨਹੀਂ ਹੈ। ਅਮਰੀਕਾ ਨੇ ਚੀਨ, ਮਿਆਂਮਾਰ, ਉੱਤਰੀ ਕੋਰੀਆ ਤੇ ਬੰਗਲਾਦੇਸ਼ ਨਾਲ ਜੁੜੇ ਦਰਜਨਾਂ ਲੋਕਾਂ ਅਤੇ ਇਕਾਈਆਂ ਉੱਤੇ ਮਨੁੱਖੀ ਹੱਕਾਂ ਨਾਲ ਜੁੜੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ। ਚੀਨ ਦੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਕੰਪਨੀ ਸੈਂਸਟਾਈਮ ਗਰੁੱਪ ਨੂੰ ਨਿਵੇਸ਼ ਦੇ ਮਾਮਲੇ ਵਿੱਚ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ। ਕੈਨੇਡਾ ਤੇ ਯੂਕੇ ਨੇ ਵੀ ਅਮਰੀਕਾ ਦੇ ਨਾਲ ਰਲ ਕੇ ਪਾਬੰਦੀਆਂ ਲਾਈਆਂ ਨੇ। ਵਾਸ਼ਿੰਗਟਨ ਸਥਿਤ ਚੀਨ ਦੇ ਦੂਤਵਾਸ ਨੇ ਅਮਰੀਕਾ ਦੇ ਕਦਮ ਨੂੰ ਨਕਾਰਦਿਆਂ ਕਿਹਾ ਕਿ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਅਮਰੀਕੀ ਗੌਤਮ ਰਾਘਵਨ ਨੂੰ ਤਰੱਕੀ ਦਿੰਦੇ ਹੋਏ ਉਹਨਾਂ ਨੂੰ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਦੇ ਅਮਲੇ ਦੇ ਦਫ਼ਤਰ ਦਾ ਮੁਖੀ ਬਣਾਇਆ। ਰਾਘਵਨ ਤੋਂ ਪਹਿਲਾਂ ਕੈਥੀ ਰਸਲ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਦੇ ਅਮਲੇ ਦੇ ਦਫ਼ਤਰ ਦੀ ਮੁਖੀ ਸੀ। ਬਾਈਡਨ ਦੇ ਰਾਘਵਨ ਨੂੰ ਤਰੱਕੀ ਦੇਣ ਦੇ ਐਲਾਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਦੇ ਅਮਲੇ ਦੇ ਦਫ਼ਤਰ ਦੀ ਨਿਰਦੇਸ਼ਕ ਕੈਥੀ ਰਸਲ ਨੂੰ ਸੰਯੁਕਤ ਰਾਸ਼ਟਰ ਬਾਲ ਫੰਡ ਦੀ ਅਗਲੀ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕਰਨ ਦੇ ਇਰਾਦੇ ਦਾ ਐਲਾਨ ਕੀਤਾ ਹੈ। ਬਾਈਡਨ ਨੇ ਕਿਹਾ ਕਿ ਰਸਲ ਦੀ ਅਗਵਾਈ ਵਿੱਚ ਵਾਈਟ ਹਾਊਸ PPO ਨੇ ਲੋਕਾਂ ਦੀ ਨਿਯੁਕਤੀ 'ਚ ਵੰਨ-ਸਵੰਨਾ ਅਤੇ ਤੇਜ਼ੀ ਦੇ ਰਿਕਾਰਡ ਤੋੜੇ ਅਤੇ ਇਹ ਯਕੀਨੀ ਕਰਨ ਲਈ ਲਗਾਤਾਰ ਕੰਮ ਕੀਤਾ ਕਿ ਦੇਸ਼ ਦੀ ਸੰਘੀ ਸਰਕਾਰ ਅਮਰੀਕਾ ਨੂੰ ਪ੍ਰਤੀਬਿੰਬਿਤ ਕਰੇ। ਬਾਈਡਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਗੌਤਮ ਰਾਘਵਨ ਜੋ ਪਹਿਲਾਂ ਦਿਨ ਤੋਂ ਰਸਲ ਨਾਲ ਮਿਲ ਕੇ ਕੰਮ ਕਰ ਰਿਹਾ ਹੈ, PPO ਦੇ ਨਵੇਂ ਨਿਰਦੇਸ਼ਕ ਹੋਣਗੇ ਤੇ ਤਬਦੀਲੀ ਸਾਨੂੰ ਇੱਕ ਹੁਨਰਮੰਦ, ਪ੍ਰਭਾਵੀ, ਭਰੋਸੇਮੰਦ ਅਤੇ ਵਿਘਨ ਸੰਘੀ ਕਰਮਚਾਰੀ ਬਣਾਉਣ ਦੇ ਯੋਗ ਬਣਾਉਂਦੀ ਹੈ। ਭਾਰਤ ਵਿੱਚ ਪੈਦਾ ਹੋਏ ਰਾਘਵਨ ਦਾ ਪਾਲਣ ਪੋਸ਼ਣ ਸਿਆਟਲ ਵਿੱਚ ਹੋਇਆ ਹੈ ਅਤੇ ਉਹਨਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ ਵੈਸਟ ਵਿੰਗਰ ਸਟੋਰੀਜ਼ ਫਾਰਮ ਦੀ ਡ੍ਰੀਮਸ ਚੇਂਜਰਸ, ਚੇਂਜ ਮੈਕਰਸ ਅਤੇ ਹੋਪ ਕ੍ਰੀਏਟਰਸ ਇਨਸਾਈਟਡ ਦੀ ਓਬਾਮਾ ਵਾਈਟ ਹਾਊਸ ਦਾ ਸੰਪਾਦਕ ਹੈ। ਅਮਰੀਕਾ ਵਿਖੇ ਕੈਲੀਫੋਰਨੀਆ ਵਿੱਚ ਇੱਕ ਔਰਤ ਤੇ ਸਟੋਰਾਂ ਤੋਂ $3 ਲੱਖ ਤੋਂ ਵੱਧ ਦਾ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ। ਏਕਾਤੇਰੀਨਾ ਜ਼ਾਰੋਕੋਵਾ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਸੰਗਠਿਤ ਰਿਟੇਲ ਥੈਫਟ ਟਾਸਕ ਫੋਰਸ ਦੇ ਇੱਕ ਜਾਂਚ ਅਧਿਕਾਰੀ ਨੇ ਉਸ ਨੂੰ ਕੋਸਟਾ ਮੇਸਾ ਵਿੱਚ ਇੱਕ ਨੋਰਡਸਟ੍ਰੋਮ ਰੈਕੀ ਤੋਂ ਚੋਰੀ ਕਰਦੇ ਦੇਖਿਆ। ਔਰੇਂਜ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਟਾਸਕ ਫੋਰਸ ਦੇ ਮੈਂਬਰਾਂ ਨੇ ਉਸਦੇ ਅਪਾਰਟਮੈਂਟ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ $3,28,000 ਤੋਂ ਵੱਧ ਦਾ ਚੋਰੀ ਹੋਇਆ ਸਮਾਨ ਮਿਲਿਆ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸਨੇ ਇੱਕ ਲਗਜ਼ਰੀ ਆਨਲਾਈਨ ਖੇਪ ਸਟੋਰ ਰਾਹੀਂ ਚੋਰੀ ਕੀਤੇ ਸਮਾਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਜੇਕਰ ਸਾਰੇ ਮਾਮਲਿਆਂ ਤੇ ਦੋਸ਼ੀ ਪਾਈ ਜਾਂਦੀ ਹੈ ਤਾਂ ਉਸਨੂੰ 9 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਕੈਨੇਡਾ ਵਿੱਚ ਕੋਰੋਨਾ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਨੇ। ਕੈਨੇਡਾ ਵਿੱਚ ਜਿੱਥੇ ਨਵੇਂ ਵੈਰੀਐਂਟ ਓਮਿਕਰੌਨ ਦੇ ਹੁਣ ਤੱਕ 87 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਉੱਥੇ ਸਾਰੇ ਖੇਤਰਾਂ ਵਿੱਚ ਉੱਚ ਸੰਕਰਮਣ ਦਰਾਂ ਦੇ ਨਾਲ ਰੋਜ਼ਾਨਾ ਕੇਸਾਂ ਦੀ ਗਿਣਤੀ ਵਧ ਰਹੀ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਕੋਵਿਡ-19 ਦੇ 3,599 ਨਵੇਂ ਮਾਮਲੇ ਸਾਹਮਣੇ ਆਏ। CTV ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਿਊਬਿਕ ਸੂਬਾ, ਜਿਸ ਦੀ ਆਬਾਦੀ 8.4 ਮਿਲੀਅਨ ਹੈ, ਵਿੱਚ ਸ਼ਨੀਵਾਰ ਸਵੇਰੇ 1,982 ਨਵੇਂ ਕੋਵਿਡ-19 ਕੇਸ ਸਾਹਮਣੇ ਆਏ, ਜਦੋਂ ਕਿ 14 ਮਿਲੀਅਨ ਦੇ ਨਾਲ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਵਿੱਚ 1,607 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਸਮਾਚਾਰ ਏਜੰਸੀ ਸ਼ਿਨੂਹਾ ਦੀ ਰਿਪੋਰਟ ਮੁਤਾਬਕ ਦੋਹਾਂ ਸੂਬਿਆਂ ਵਿੱਚ ਪਿਛਲੇ ਹਫ਼ਤੇ ਤੋਂ ਰੋਜ਼ਾਨਾ ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ। ਕਿਊਬਿਕ ਵਿੱਚ ਸ਼ਨੀਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚ 1,010 ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਸੀ। ਸੂਬੇ ਦੇ ਕੁੱਲ ਕੇਸ 4,64,228 ਹੋ ਗਏ ਨੇ, ਜਿਨ੍ਹਾਂ ਵਿੱਚ 11,607 ਮੌਤਾਂ ਵੀ ਸ਼ਾਮਲ ਨੇ। ontario ਦੇ ਨਵੇਂ ਕੇਸਾਂ ਵਿੱਚੋਂ 743 ਕੇਸਾਂ ਵਿੱਚ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ, ਅੰਸ਼ਕ ਤੌਰ ਤੇ ਟੀਕਾਕਰਨ ਕੀਤਾ ਗਿਆ ਸੀ ਜਾਂ ਉਹਨਾਂ ਦੀ ਟੀਕਾਕਰਨ ਸਥਿਤੀ ਅਣਜਾਣ ਸੀ। ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣ ਲਈ ਇੱਕ ਦਹਾਕਾ ਪਹਿਲਾਂ ਸੀਰੀਆ ਗਏ ਕੈਨੇਡਾ ਦੇ ਨਾਗਰਿਕਾਂ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਸੰਗਠਨ ਦਾ ਇੱਕ ਮੁੱਖ ਪ੍ਰਚਾਰਕ ਹੋਣ ਦਾ ਜੁਰਮ ਸਵੀਕਾਰ ਕਰ ਲਿਆ। ਅਮਰੀਕਾ ਦੇ ਅਲੈਗਜ਼ੈਂਡਰੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਈ ਸੁਣਵਾਈ ਵਿੱਚ ਮੁਹੰਮਦ ਖਲੀਫਾ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਮਦਦ ਪਹੁੰਚਾਉਣ ਲਈ ਸਾਜ਼ਿਸ਼ ਰਚਣ ਦਾ ਜੁਰਮ ਕਬੂਲਿਆ। ਅਦਾਲਤ ਰਿਕਾਰਡ ਮੁਤਾਬਕ ਖਲੀਫਾ ਅਮਰੀਕੀ ਧਰਮ ਗੁਰੂ ਅਨਵਰ ਅਲ
ਅਵਲਾਕੀ ਦੇ ਉਪਦੇਸ਼ਾਂ ਤੋਂ ਪ੍ਰੇਰਿਤ ਹੋ ਕੇ 2013 ਵਿੱਚ ਕੈਨੇਡਾ ਤੋਂ ਸੀਰੀਆ ਲਈ ਰਵਾਨਾ ਹੋਇਆ ਸੀ। ਅਵਲਾਕੀ ਬਾਅਦ ਵਿੱਚ ਅਲ-ਕਾਇਦਾ ਦਾ ਮੋਹਰੀ ਮੈਂਬਰ ਬਣ ਗਿਆ ਸੀ। ਖਲੀਫਾ ਨੂੰ 15 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਏਗੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਜਾਪਾਨ ਦੀ ਕੰਪਿਊਟਰ ਗੇਮ ਬਣਾਉਣ ਵਾਲੀ ਮਸ਼ਹੂਰ ਕੰਪਨੀ ਨਿੰਟੈਂਡੋ ਦੇ ਅਹਿਮ ਮੈਂਬਰ ਰਹੇ ਮਾਯਾਸਾਕੀ ਜ਼ੁਮੇਰਾ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕਿਓਟੋ ਸਥਿਤ ਰਿਤਸੁਕਮੀਕਾਨ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਸਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਨਿੰਟੈਂਡੋ ਕੰਪਨੀ ਨੂੰ ਖੜਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜ਼ੁਮੇਰਾ ਦਾ ਦੇਹਾਂਤ ਸੋਮਵਾਰ ਨੂੰ ਹੋਇਆ। ਬਿਆਨ ਵਿੱਚ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਜ਼ੁਮੇਰਾ ਦਾ ਜਨਮ 1943 ਚ ਟੋਕੀਓ 'ਚ ਹੋਇਆ ਸੀ। ਬੀਤੇ ਦਿਨੀ ਮਾਨਸਾ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਦੌਰੇ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਤੇ ਹੋਈ ਲਾਠੀ ਚਾਰਜ ਦੀ ਮੈਜਿਸਟ੍ਰੇਟਰੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇਹ ਹੁਕਮ ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ ਵੱਲੋਂ ਦਿੱਤੇ ਗਏ ਨੇ। ਇਸ ਦੀ ਜਾਂਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਅਮੋਲ ਸਿੰਘ ਧਾਲੀਵਾਲ ਕਰਨਗੇ ਅਤੇ ਇੱਕ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣਗੇ। ਇੱਥੇ ਜ਼ਿਕਰਯੋਗ ਹੈ ਕਿ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਿਛਲੇ ਦਿਨੀ ਹੋਈ ਇੱਕ ਰੈਲੀ ਦੇ ਦੌਰਾਨ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਤੇ ਬੀਐਡ ਬੇਰੁਜ਼ਗਾਰ ਟੈਟ ਪਾਸ ਤੋਂ ਇਲਾਵਾ ਹੋਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਉਸ ਸਮੇਂ ਵਿਰੋਧ ਕੀਤਾ ਗਿਆ ਜਦੋਂ ਰੈਲੀ ਵਿੱਚ ਭਾਸ਼ਣ ਦੇਣ ਲਈ ਖੜੇ ਹੋਏ ਸਨ। ਇਸ ਦੌਰਾਨ ਲਗਾਤਾਰ ਨਾਅਰੇਬਾਜ਼ੀ ਹੋਣੀ ਸ਼ੁਰੂ ਹੋ ਗਈ, ਜਿਸ ਦੇ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਇਹਨਾਂ ਕਾਰਕੁਨਾਂ ਨੂੰ ਫੜ ਕੇ ਬੱਸਾਂ ਵਿੱਚ ਪਰਤਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਤੇ ਲਾਠੀਆਂ ਵਰਾਈਆਂ ਗਈਆਂ। ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ, ਜਦੋਂ ਕਿ ਰੈਲੀ ਦੇਖਣ ਆਏ ਕਈ ਲੋਕਾਂ ਦੀਆਂ ਵੀ ਪੱਗਾਂ ਲੱਥ ਗਈਆਂ ਸਨ। ਇਸ ਦੌਰਾਨ ਇੱਕ ਡੀਐਸਪੀ ਵੱਲੋਂ ਅੰਧਾਧੁੰਦ ਹੀ ਲਾਠੀਆਂ ਇਹਨਾਂ ਬੀਐਡ ਟੈਟ ਪਾਸ ਅਤੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਤੇ ਮਾਰੀਆਂ ਗਈਆਂ ਸਨ, ਜਿਸ ਦੀ ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ। ਹੁਣ ਇਸ ਮਾਮਲੇ ਵਿੱਚ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਨੇ। ਦਿੱਲੀ ਮੋਰਚਾ ਫਤਿਹ ਕਰਨ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਕਿਸਾਨਾਂ ਵਿੱਚ ਜਸ਼ਨ ਦਾ ਮਾਹੌਲ ਹੈ। ਕਿਸਾਨਾਂ ਦੇ ਧਰਨੇ ਚੁੱਕਦਿਆਂ ਹੀ ਲਾਡੋਵਾਲ ਸਣੇ ਪੰਜਾਬ ਦੇ ਟੋਲ ਟੈਕਸ ਚੱਕਣੇ ਸ਼ੁਰੂ ਹੋ ਗਏ ਨੇ। ਲਾਡੋਵਾਲੀ ਟੋਲ ਪਲਾਜ਼ਾ ਤੇ ਧਰਨਾ ਲਾ ਕੇ ਬੈਠੇ ਕਿਸਾਨ 15 ਦਸੰਬਰ ਨੂੰ ਧਰਨਾ ਚੁੱਕਣਗੇ। ਇਸ ਦੇ ਨਾਲ ਉੱਥੇ ਵੀ ਟੋਲ ਟੈਕਸ ਫਿਰ ਤੋਂ ਸ਼ੁਰੂ ਹੋ ਜਾਏਗਾ। ਲਾਡੋਵਾਲ ਟੋਲ ਪਲਾਜ਼ਾ ਤੇ ਫਾਸਟ ਟੈਗ ਲੇਨ ਵੀ ਸ਼ੁਰੂ ਹੋਣਗੇ। ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਬਾਈ ਲੇਨ ਸ਼ੁਰੂ ਹੋਏਗੀ। NHI ਨੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦੇ ਕਿਰਾਏ 'ਚ 5% ਦਾ ਵਾਧਾ ਕਰ ਦਿੱਤਾ ਹੈ। ਟੋਲ ਪਲਾਜ਼ਾ ਦੇ GM ਸਰਫਰਾਜ਼ ਖਾਨ ਨੇ ਦੱਸਿਆ ਕਿ NHAI ਵੱਲੋਂ ਅਜੇ ਪੱਤਰ ਜਾਰੀ ਕੀਤਾ ਜਾਣਾ ਹੈ। ਇਸ ਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਜਾਏਗਾ। ਇਹ ਵਾਧਾ ਅਗਸਤ 2022 ਤੱਕ ਜਾਰੀ ਰਹੇਗਾ। ਦਿੱਲੀ ਦੀਆਂ ਹੱਦਾਂ ਤੋਂ ਪਰਤਣ ਮਗਰੋਂ ਕਿਸਾਨਾਂ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਸਾਰੀਆਂ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਨੇੜੇ ਲੱਗਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਅਜਿਹੇ ਵਿੱਚ ਚਰਚਾ ਛਿੜੀ ਹੈ ਕਿ ਕੀ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਆਪ ਦਾ ਮੁੱਖ ਮੰਤਰੀ ਚਿਹਰਾ ਬਣਨ ਜਾ ਰਹੇ ਨੇ। ਇਸ ਬਾਰੇ ਰਾਜੇਵਾਲ ਨੇ ਸਪਸ਼ਟ ਕੀਤਾ ਹੈ ਕਿ ਅਜੇ ਅਜਿਹਾ ਕੁਝ ਨਹੀਂ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣਨ ਦੀਆਂ ਅਟਕਲਾਂ ਦਾ ਵੀ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਮੁੱਦੇ ਤੇ ਆਪ ਆਗੂਆਂ ਨਾਲ ਕੋਈ ਗੱਲ ਨਹੀਂ ਕੀਤੀ। ਉਂਝ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਆਪ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਫਿਰ ਇਸ ਤੇ ਵਿਚਾਰ ਕਰਨਗੇ। ਫਿਲਹਾਲ ਉਹਨਾਂ ਨੇ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਕੋਈ ਫੈਸਲਾ ਨਹੀਂ ਲਿਆ। ਦੱਸ ਦਈਏ ਕਿ 32 ਕਿਸਾਨ ਜਥੇਬੰਦੀਆਂ ਦਾ ਸਾਂਝਾ ਮੋਰਚਾ ਕੇਂਦਰ ਸਰਕਾਰ ਖਿਲਾਫ ਸਾਲ ਭਰ ਚੱਲੇ ਸੰਘਰਸ਼ ਨੂੰ ਜਿੱਤਣ ਮਗਰੋਂ ਪੂਰੇ ਜੋਸ਼ 'ਚ ਹੈ। ਕੁਝ ਕਿਸਾਨ ਲੀਡਰਾਂ ਨੇ ਸੰਕੇਤ ਦਿੱਤੇ ਨੇ ਕਿ ਪੰਜਾਬ ਪਰਤਣ ਤੋਂ ਬਾਅਦ ਸਾਂਝਾ ਮੋਰਚਾ ਸਿਆਸੀ ਪਾਰਟੀ ਵਜੋਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਵਿਚਾਰ ਕਰੇਗਾ। ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਹੁਣ ਤੱਕ ਕਿਸਾਨ ਅੰਦੋਲਨ ਕਿਸੇ ਵੀ ਸਿਆਸੀ ਪਾਰਟੀ ਤੋਂ ਵੱਖ ਹੋ ਕੇ ਪੂਰੀ ਤਰ੍ਹਾਂ ਗੈਰ ਸਿਆਸੀ ਪਾਰਟੀ ਵਜੋਂ ਚਲਾਇਆ ਜਾਂਦਾ ਰਿਹਾ, ਪਰ ਜੇਕਰ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਦੀ ਕੋਈ ਹੱਲ ਨਾ ਨਿਕਲਿਆ ਤਾਂ ਸਾਂਝਾ ਮੋਰਚਾ ਖੁਦ ਹੀ ਸਿਆਸਤ ਵਿੱਚ ਆਉਣ ਬਾਰੇ ਵਿਚਾਰ ਕਰੇਗਾ। ਉਧਰ ਪੰਜਾਬ 'ਚ ਜਿੱਥੇ ਵੱਡੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਸਾਹਮਣੇ ਡਿਫੈਂਸਿਵ ਮੋਡ ਵਿੱਚ ਨਜ਼ਰ ਆ ਰਹੀਆਂ ਨੇ, ਉੱਥੇ ਆਮ ਆਦਮੀ ਪਾਰਟੀ ਨੇ 3 ਖੇਤੀ ਕਾਨੂੰਨਾਂ ਦੇ ਨਾਲ-ਨਾਲ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੀ ਜ਼ੋਰਦਾਰ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਨੀ ਦਿਨੀ ਪੰਜਾਬ 'ਚ ਹਰ ਚੋਣ ਮੀਟਿੰਗ 'ਚ MSP ਗਰੰਟੀ ਦੇ ਫਾਇਦੇ ਗਿਣਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਗਰੰਟੀ ਕਿਸਾਨਾਂ, ਸੂਬਾ ਤੇ ਕੇਂਦਰ ਸਰਕਾਰ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਾਰਗਰ ਸਾਬਤ ਹੋਏਗੀ। ਸਾਊਦੀ ਅਰਬ ਨੇ ਸੁੰਨੀ ਮੁਸਲਮਾਨਾਂ ਦੇ ਸਭ ਤੋਂ ਵੱਡੇ ਸੰਗਠਨ ਕਹੇ ਜਾਣ ਵਾਲੇ ਤਬਲੀਗੀ ਜਮਾਤ ਤੇ ਪਾਬੰਦੀ ਲਗਾਉਣ ਦਾ ਫੈਸਲਾ ਲੈ ਲਿਆ। ਅੱਤਵਾਦ ਦਾ ਸਭ ਤੋਂ ਵੱਡਾ ਦਰਵਾਜ਼ਾ ਦੱਸਦੇ ਹੋਏ ਉੱਥੋਂ ਦੀ ਸਰਕਾਰ ਨੇ ਤਬਲੀਗੀ ਜਮਾਤ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਸਪਸ਼ਟ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਤੋਂ ਲੋਕਾਂ ਨੂੰ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਤਬਲੀਗੀ ਜਮਾਤ ਨੂੰ ਮਿਲਣ ਦੀ ਕੋਈ ਲੋੜ ਨਹੀਂ। ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨਾ ਲਾਜ਼ਮੀ ਨਹੀਂ ਹੋਏਗਾ। ਸਰਕਾਰ ਮੁਤਾਬਕ ਇਹ ਸੰਗਠਨ ਸਮਾਜ ਲਈ ਖਤਰਨਾਕ ਹੈ ਅਤੇ ਦੇਸ਼ ਵਿੱਚ
ਅੱਤਵਾਦ ਦੇ ਦਰਵਾਜ਼ੇ ਖੋਲ੍ਹਣ ਦੀ ਸਮਰੱਥਾ ਰੱਖਦਾ ਹੈ। ਇਸ ਕਾਰਨ ਸਰਕਾਰ ਨੇ ਸਾਰੀਆਂ ਮਸਜਿਦਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਤਬਲੀਗੀ ਜਮਾਤ ਸਮਾਜ ਲਈ ਕਿਉਂ ਅਤੇ ਕਿਵੇਂ ਖਤਰਨਾਕ ਹੈ। ਸਾਊਦੀ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਤਬਲੀਗੀ ਜਮਾਤ ਦੇ ਗਲਤ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਇਸ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾਏਗੀ। ਅਜਿਹੇ 'ਚ ਸਮਾਜ ਤਬਲੀਗੀ ਦਾ ਮਹੱਤਵ ਘਟ ਜਾਏਗਾ। ਹੁਣ ਕਿਉਂਕਿ ਸਾਊਦੀ ਅਰਬ 'ਚ ਵੱਡੀ ਮੁਸਲਿਮ ਆਬਾਦੀ ਹੈ, ਇਸ ਲਈ ਇਹ ਫੈਸਲਾ ਤਬਲੀਗੀ ਜਮਾਤ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਨਿਊਜ਼ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।